ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ। ਇਸ ਪ੍ਰੋਗਰਾਮ ਵਿੱਚ ਜਿੱਥੇ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਆ ਉਹਨਾਂ ਤੇ ਇੱਕ ਝਾਤ ਮਾਰਦੇ ਹਾਂ। ਪਹਿਲੀ ਖਬਰ ਇਹ ਹੈਗੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਦਰਨ ਬਾਰਡਰ ਤੇ ਉਹ ਗਏ ਆ, ਕਿਉਂਕਿ ਸਦਰਨ ਬਾਰਡਰ ਜਿਹੜਾ ਅਮਰੀਕਾ ਦਾ ਖਾਸ ਕਰਕੇ ਮੈਕਸੀਕੋ ਦੇ ਨਾਲ ਲੱਗਦਾ, ਉੱਥੇ ਕਾਫੀ ਵੱਡਾ ਜਿਹੜਾ ਕ੍ਰਾਈਸਿਸ ਸਮਝਿਆ ਜਾ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੋਂ ਐਂਟਰ ਕਰਦੇ ਆ ਇਲੀਗਲੀ ਅਨਡਾਕੂਮੈਂਟਡ ਤੇ ਜਾਂ ਵੇਟ ਕਰ ਰਹੇ ਆ ਮੈਕਸੀਕੋ ਦੇ ਵਿੱਚ ਐਂਟਰ ਕਰਨ ਲਈ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਉੱਥੇ ਜਿਹੜਾ ਵਿਜ਼ਿਟ ਕੀਤਾ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਵੀ ਇੱਕ ਪਾਲਿਸੀ ਜਿਹੜੀ ਹੈਗੀ ਆ ਉਹ ਲੇ ਡਾਊਨ ਕੀਤੀ ਸੀਗੀ। ਇੱਕ ਤਾਂ ਉਹਨਾਂ ਨੇ ਜਿਹੜਾ ਟਾਈਟਲ 42 ਆ ਉਹ ਲਾਗੂ ਕੀਤਾ, ਕਿਉਂਕਿ ਇਹਦੇ ਬਾਰੇ ਜਿਹੜੀ ਯੂਐਸ ਸੁਪਰੀਮ ਕੋਰਟ ਆ ਉਹਨੇ ਕਿਹਾ ਸੀਗਾ ਵੀ ਟਾਈਟਲ 42 ਤੁਸੀਂ ਬੰਦ ਨਹੀਂ ਅਜੇ ਕਰ ਸਕਦੇ, ਇਹਨੂੰ ਜਾਰੀ ਰੱਖੋ। ਤੇ ਇਹ ਬੰਦ ਹੋਣਾ ਸੀ, ਬੰਦ ਹੋਣ ਤੇ ਸਟੇ ਲਾਤੀ ਸੀ ਕੋਰਟ ਨੇ, ਤੇ ਉਹਦੇ ਕਰਕੇ ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਜਾਰੀ ਰੱਖਿਆ। ਟਾਈਟਲ 42 ਦੇ ਅੰਡਰ ਸਰਕਾਰ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਇੱਥੇ ਆਉਣ ਤੋਂ ਮਨਾ ਕਰ ਸਕਦੀ ਆ ਇਸ ਗਰਾਊਂਡ ਤੇ ਕਿ ਉਹ ਜੇ ਆਇਆ ਤਾਂ ਇੱਥੇ ਹੈਲਥ ਜਿਹੜੇ ਇਸ਼ੂਜ਼ ਨੇ ਉਹ ਖੜੇ ਹੋ ਸਕਦੇ ਨੇ, ਉਹ ਬਿਮਾਰੀ ਫੈਲਾ ਸਕਦਾ, ਇੱਥੇ ਕੋਈ ਮਹਾਮਾਰੀ ਫੈਲਾ ਸਕਦਾ। ਇਸ ਕਰਕੇ ਉਹ ਜਿਹੜਾ ਹੈਗਾ ਟਾਈਟਲ 42 ਇਹਦਾ ਯੂਜ਼ ਕੀਤਾ ਜਾਂਦਾ। ਇਸ ਪ੍ਰੋਵੀਜ਼ਨ ਦਾ ਜਿਹੜੀ ਪਿਛਲੀ ਸਰਕਾਰ ਸੀ ਟਰੰਪ ਦੀ, ਉਹਨੇ ਬਹੁਤ ਜ਼ਿਆਦਾ ਯੂਜ਼ ਕੀਤਾ ਤੇ ਇਹਨਾਂ ਨੇ ਬੰਦ ਕਰਤਾ ਸੀਗਾ। ਲੇਕਿਨ ਕਈ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਕੋਰਟਾਂ 'ਚ ਕੇਸ ਕੀਤੇ, ਕੋਰਟਾਂ ਨੇ ਫਿਰ ਲਾਓ ਕਰਤਾ ਤੇ ਇਸ ਕਰਕੇ ਇਹ ਸਰਕਾਰ ਨੇ ਵੀ ਜਾਰੀ ਰੱਖਿਆ। ਫਿਰ ਇਹਨਾਂ ਨੇ ਬੰਦ ਕਰਤਾ, ਹੁਣ ਫਿਰ ਦੁਬਾਰਾ ਸੁਪਰੀਮ ਕੋਰਟ ਨੇ ਕਿਹਾ ਵੀ ਇਹਨੂੰ ਜਾਰੀ ਰੱਖੋ। ਉਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਪਾਲਿਸੀ ਜਿਹੜਾ ਐਲਾਨ ਕੀਤਾ ਉਹ ਵੀ ਕੀਤਾ। ਉਹਨਾਂ ਨੇ ਇੱਕ ਸਰਟਨ ਨੰਬਰ ਰੱਖਤਾ ਵੀ ਇੰਨੇ ਬੰਦਿਆਂ ਨੂੰ ਹੀ ਅਸੀਂ ਅਲਾਓ ਕਰਾਂਗੇ, ਖਾਸ ਕਰਕੇ ਜਿਹੜੇ ਉਹ ਮੁਲਕ ਹੈਗੇ ਆ ਸੈਂਟਰਲ ਅਮਰੀਕਾ ਦੇ, ਉਹਨਾਂ ਵਿੱਚੋਂ ਜਿਹੜੇ ਆਉਂਦੇ ਆ। ਉਹਦੇ ਨਾਲ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਯੂਐਸ ਹਾਊਸ ਆਫ ਜਿਹੜੇ ਰੈਪਰੈਜ਼ੈਂਟੇਟਿਵ ਆ ਉਹਦੇ ਨਵੇਂ ਸਪੀਕਰ ਬਣੇ ਆ ਕੈਵਿਨ ਮਕਾਰਥੀ, ਜੋ ਕਿ ਰਿਪਬਲਿਕਨ ਪਾਰਟੀ ਦੇ ਲੀਡਰ ਨੇ। ਤੇ ਤੁਹਾਨੂੰ ਪਤਾ ਹੀ ਆ ਪਿੱਛੇ ਇਲੈਕਸ਼ਨ ਹੋਈ ਸੀ ਨਵੰਬਰ 'ਚ, ਤੇ ਉਹਦੇ ਵਿੱਚ ਜਿਹੜਾ ਹਾਊਸ ਆਫ ਰੈਪਰੈਜ਼ੈਂਟੇਟਿਵ ਉਹਦੇ ਵਿੱਚ ਰਿਪਬਲਿਕਨ ਪਾਰਟੀ ਜਿਹੜੀ ਆ ਉਹਦੀ ਮੈਜੋਰਟੀ ਆ ਗਈ। ਸੈਨੇਟ ਦੇ ਵਿੱਚ ਅੱਜ ਵੀ ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਮੈਜੋਰਟੀ ਆ। ਤੇ ਉਹਨਾਂ ਨੇ ਜਿਹੜੇ ਕੈਵਿਨ ਮਕਾਰਥੀ ਨੇ ਕਿਹਾ ਕਿ ਜਿਹੜਾ ਸਦਰਨ ਬਾਰਡਰ ਆ ਉੱਥੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਕ੍ਰਾਈਸਿਸ ਆ, ਬਹੁਤ ਲੋਕ ਅਨਡਾਕੂਮੈਂਟਡ ਆ ਰਹੇ ਨੇ ਤੇ ਅਸੀਂ ਇਹਨੂੰ ਟੈਕਲ ਕਰਾਂਗੇ। ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਹੁਣ ਸਾਡੀ ਇਹ ਪ੍ਰਾਇਓਰਟੀ ਹੋਏਗੀ ਕਿ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਆਉਣ ਤੋਂ ਬਾਰਡਰ 'ਤੇ ਰੋਕਣਾ। ਪਰ ਇਹਦੇ 'ਚ ਇੱਕ ਗੱਲ ਹੈ ਕਿ ਜਿਹੜਾ ਹਾਊਸ ਇਕੱਲਾ ਕੁਝ ਨਹੀਂ ਕਰ ਸਕਦਾ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲਾ ਤਾਂ ਬਣਦਾ ਜੇ ਪਹਿਲਾਂ ਹਾਊਸ ਪਾਸ ਕਰੇ, ਫਿਰ ਸੈਨੇਟ ਪਾਸ ਕਰੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਅੱਗੇ ਜਾਵੇ ਪ੍ਰੈਜ਼ੀਡੈਂਟ ਕੋਲ ਸਾਈਨ ਕਰਨ ਲਈ। ਹੁਣ ਸੈਨੇਟ ਦੇ ਵਿੱਚ ਤਾਂ ਮੈਜੋਰਟੀ ਜਿਹੜੀ ਹੈਗੀ ਆ ਉਹ ਡੈਮੋਕ੍ਰੈਟਿਕ ਪਾਰਟੀ ਦੀ ਆ ਤੇ ਜਿਹੜਾ ਹਾਊਸ ਆ ਉਹਦੇ ਵਿੱਚ ਰਿਪਬਲਿਕਨ ਦੀ ਆ। ਸੋ ਇਹਨਾਂ ਦੀ ਆਪਸੀ ਸਹਿਮਤੀ ਜਿਹੜੀ ਆ ਉਹ ਬਣਨੀ ਮੁਸ਼ਕਿਲ ਆ। ਇੱਕ ਗੱਲ ਜ਼ਰੂਰ ਆ ਕਿ ਜਿਹੜਾ ਇਮੀਗ੍ਰੇਸ਼ਨ ਦਾ ਰਿਫਾਰਮ ਪਿੱਛੇ ਹੋ ਰਿਹਾ ਸੀ ਜਾਂ ਕੋਸ਼ਿਸ਼ ਹੋ ਰਹੀ ਸੀ ਕਿ ਕੋਈ ਲਾ ਪਾਸ ਹੋਵੇ ਰਿਫਾਰਮ ਦਾ, ਜਿਹੜੇ ਬਿੱਲ ਪਾਸ ਹੋ ਕੇ ਗਏ ਸੀ ਸੈਨੇਟ ਜਿਹੜੇ ਨਹੀਂ ਪਾਸ ਹੋਏ ਉੱਥੇ, ਉਹਨਾਂ ਦੀਆਂ ਹੁਣ ਚਾਂਸ ਬਹੁਤ ਘੱਟ ਗਏ ਆ, ਕਿਉਂਕਿ ਜਿਹੜੀ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਆ ਜੇ ਇਸ ਟਾਈਮ ਉਹ ਇਮੀਗ੍ਰੇਸ਼ਨ ਦੇ ਜ਼ਿਆਦਾ ਫੇਵਰ ਵਿੱਚ ਨਹੀਂ। ਤੇ ਇਹ ਜਿਹੜੇ ਹੁਣ ਬਿਆਨ ਦਿੱਤੇ ਨੇ ਕੈਵਿਨ ਮਕਾਰਥੀ ਨੇ ਜਾਂ ਜਿਹੜੇ ਹੋਰ ਲੀਡਰਾਂ ਨੇ, ਉੱਥੋਂ ਲੱਗਦਾ ਕਿ ਉਹ ਅਜੇ ਵੀ ਇਸੇ ਸੋਚ ਦੇ ਧਾਰਨੀ ਹੈਗੇ ਆ ਕਿ ਇਮੀਗ੍ਰੈਂਟਸ ਜਿਹੜੇ ਨੇ ਉਹ ਘੱਟ ਤੋਂ ਘੱਟ ਆਉਣ ਤੇ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ। ਇਹਦੇ ਨਾਲ ਨਾਲ ਜਿਹੜੀ ਹੁਣ USCIS ਦੀ ਅਪਡੇਟ ਹੈ ਵੀ ਉੱਥੇ ਬਹੁਤ ਜ਼ਿਆਦਾ ਬੈਕਲੌਗ ਹੈ, ਬਹੁਤ ਜ਼ਿਆਦਾ ਕੇਸ ਜਿਹੜੇ ਪੈਂਡਿੰਗ ਨੇ ਤੇ ਉਹਨੂੰ ਬਹੁਤ ਟਾਈਮ ਜਿਹੜਾ ਹੈਗਾ ਉਹ ਲੱਗ ਰਿਹਾ। ਤੇ ਇਹਦਾ ਜਿਹੜਾ ਉਹ ਹੁਣ ਕਿਹਾ ਹੈ ਸਰਕਾਰ ਨੇ ਵੀ ਅਸੀਂ ਇਹਨੂੰ ਇੰਪਰੂਵ ਕਰਾਂਗੇ। ਹੁਣ ਦੇਖੋ ਉਹ ਕੀ ਇੰਪਰੂਵ ਕਰਦੇ ਆ। ਅਗਲੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਫੀਸਾਂ ਬਾਰੇ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਉਹਨੇ ਇੱਕ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਪ੍ਰਪੋਜ਼ ਕੀਤਾ ਕਿ ਫੀਸਾਂ ਜਿਹੜੀਆਂ ਹੈਗੀਆਂ ਇਮੀਗ੍ਰੇਸ਼ਨ ਦੀਆਂ ਉਹ ਵਧਾਈਆਂ ਜਾਣ। ਇਹ ਸਾਰੇ ਜਿਹੜੇ ਫਾਰਮ ਨੇ ਇਮੀਗ੍ਰੇਸ਼ਨ 'ਤੇ ਉਹਨਾਂ 'ਤੇ ਨਹੀਂ ਲਾਗੂ ਹੋਣਗੀਆਂ, ਪਰ ਕੁਝ ਜਿਹੜੇ ਫਾਰਮ ਹੈਗੇ ਆ ਜਿਹੜੇ ਆਪਾਂ ਭਰਦੇ ਉਹਨਾਂ 'ਤੇ ਲਾਗੂ ਹੋਣਗੀਆਂ। ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਨਵੀਆਂ ਫੀਸਾਂ ਨੇ ਇਹ ਇਮੀਗ੍ਰੇਸ਼ਨ ਨੂੰ ਅਲਾਓ ਕਰਨਗੀਆਂ ਆਪਣੇ ਖਰਚੇ ਪੂਰੇ ਕਰਨ ਲਈ, ਕਿਉਂਕਿ ਜਿਹੜਾ USCIS ਆ ਇਹਨਾਂ ਦਾ ਜਿਹੜਾ ਖਰਚਾ ਆ ਉਹ ਜ਼ਿਆਦਾ ਜਿਹੜੀਆਂ ਆਪਾਂ ਫੀਸਾਂ ਪੇ ਕਰਦੇ ਆ ਉਹ ਤੋਂ ਚੱਲਦਾ। ਤੇ ਇਹਨਾਂ ਨੇ ਜਨਵਰੀ 4 ਨੂੰ ਇਹ ਜਿਹੜਾ ਹੈਗਾ ਇਹ ਰੂਲ ਮੇਕਿੰਗ ਜਿਹੜੀ ਹੈਗੀ ਆ ਇਹਨੂੰ ਕਹਿੰਦੇ ਹੈਗੇ ਆ ਨੋਟਿਸ ਆਫ ਪ੍ਰਪੋਜ਼ਡ ਰੂਲ ਮੇਕਿੰਗ NPRM, ਉਹ ਜਾਰੀ ਕੀਤਾ। ਤੇ ਇਹਨਾਂ ਨੇ ਕਿਹਾ ਵੀ ਸਰਟਨ ਜਿਹੜੇ ਫਾਰਮ ਨੇ ਉਹਨਾਂ ਦੀ ਜਿਹੜੀਆਂ ਫੀਸਾਂ ਵਧਾਈਆਂ ਜਾਣਗੀਆਂ। ਇੱਥੇ ਤਰੀਕਾ ਇਹ ਹੁੰਦਾ ਵੀ ਪਹਿਲਾਂ ਜਿਹੜਾ
ਉਹ ਨੋਟਿਸ ਹੈਗਾ ਉਹ ਜਾਰੀ ਕੀਤਾ ਜਾਂਦਾ। ਉਹ ਜਿਹੜਾ ਇੱਥੇ ਦਾ ਫੈਡਰਲ ਰਜਿਸਟਰ ਉਹਦੇ ਪਬਲਿਸ਼ ਕੀਤਾ ਜਾਂਦਾ। ਉਦੋਂ ਬਾਅਦ ਲੋਕਾਂ ਨੂੰ ਟਾਈਮ ਜਿਹੜਾ ਹੈਗਾ ਉਹ ਮੁਹੱਈਆ ਕਰਾਇਆ ਜਾਂਦਾ ਵੀ ਉਹਦਾ ਰਿਸਪੌਂਸ ਦੇ ਸਕਣ ਜਾਂ ਜਿਹੜੀ ਪਬਲਿਕ ਹੈ ਕਮੈਂਟ ਕਰੇ। ਉਦੋਂ ਬਾਅਦ 60 ਦਿਨ ਦੇ ਬਾਅਦ ਇਹਨੂੰ ਫਾਈਨਲ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ। ਸੋ 60 ਦਿਨ ਜਨਵਰੀ 4 ਤੋਂ ਬਾਅਦ ਹੋਣਗੇ ਆਲਮੋਸਟ ਮਾਰਚ 'ਚ। ਸੋ ਮਾਰਚ ਤੋਂ ਇਹ ਨਵੀਆਂ ਫੀਸਾਂ ਜਿਹੜੀਆਂ ਉਹ ਲਾਗੂ ਹੋਣਗੀਆਂ। ਹੁਣ ਜਿਹੜੀਆਂ ਕੈਟੇਗਰੀਆਂ ਦੇ ਵਿੱਚ ਇਮੀਗ੍ਰੇਸ਼ਨ ਨੇ ਫੀਸਾਂ ਵਧਾਈਆਂ ਨੇ ਉਹ ਹੈਗੀਆਂ ਜੀ ਜਿਹੜੀ I-129 H-1B ਦੀ ਜਿਹੜੀ ਐਪਲੀਕੇਸ਼ਨ ਹੁੰਦੀ ਆ ਇਹਦੀ ਹੁਣ ਫੀਸ ਹੈ $460, ਇਹ ਵੱਧ ਕੇ ਹੋ ਜਾਏਗੀ $780। ਜਿਹੜੀ I-129 ਫਾਰਮ ਹੈ ਜਿਹਨੂੰ L1 ਵੀਜ਼ਾ ਜਿਹੜਾ ਕਿ ਜਾਣੀ ਕਿ ਕੰਮ ਵਾਸਤੇ ਕੀਤਾ ਜਾਂਦਾ, ਖਾਸ ਕਰਕੇ ਜਿਹੜੇ EMPLOYEES ਨੇ ਹੋਰਾਂ ਕੰਪਨੀਆਂ ਦੇ ਬਾਹਰੋਂ ਇੱਥੇ ਕੰਮ ਕਰਨ ਆਉਂਦੇ ਆ ਉਹਨਾਂ ਲਈ, ਉਹਦੀ ਜਿਹੜੀ ਪਹਿਲਾਂ ਫੀਸ ਆ ਉਹ 460 ਆ, ਉਹ ਵੱਧ ਕੇ ਹੁਣ ਹੋਏਗੀ ਜੀ 1385। ਤੀਸਰਾ ਹੈਗਾ I-129 ਜਿਹੜਾ O1 ਵੀਜ਼ੇ ਲਈ ਆ ਉਹਦੀ ਹੈਗੀ 460 ਤੇ ਹੁਣ ਹੋ ਜਾਏਗੀ 1055। I-539 ਜਿਹੜਾ ਡਿਪੈਂਡੈਂਟ ਆ ਉਹਦੀ ਹੈਗੀ 370, ਇਹ ਹੋ ਜਾਏਗੀ 620। I-140 ਜਿਹੜਾ ਇਮੀਗ੍ਰੈਂਟ ਵੀਜ਼ਾ ਆ ਇਹਦੇ ਲਈ ਜਦੋਂ ਇਸ ਫਾਰਮ 'ਤੇ ਅਪਲਾਈ ਕੀਤਾ ਜਾਂਦਾ ਜਿਹੜੇ ਕੇਸ, ਉਹਨਾਂ ਦੀ ਹੁਣ ਫੀਸ ਹੈਗੀ 700, ਫਿਰ ਹੋ ਜਾਏਗੀ 715। I-140 ਇਮੀਗ੍ਰੇਸ਼ਨ ਜਿਹੜਾ ਵੀਜ਼ਾ ਔਨਲਾਈਨ ਇਹਦੀ ਫੀਸ 700 ਆ, ਇਹ ਜਿਹੜੀ ਹੈਗੀ ਆ ਉਹ ਘਟਾ ਕੇ 555 ਹੋ ਜਾਏਗੀ ਜੇ ਤੁਸੀਂ ਇਹਨੂੰ ਔਨਲਾਈਨ ਭਰਦੇ ਹੋ। I-485 ਜਿਹੜਾ ਕਿ ਸਾਰਿਆਂ ਤੋਂ ਇੰਪੋਰਟੈਂਟ ਫਾਰਮ ਹੈ ਇਹਨਾਂ 'ਚੋਂ ਫੈਮਿਲੀ ਇਮੀਗ੍ਰੇਸ਼ਨ ਲਈ, ਜਿਹਦੇ 'ਚ ਅਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਹਾਂ, ਚਾਹੇ ਉਹ ਹਸਬੈਂਡ ਵਾਈਫ ਦਾ ਜਿਹੜਾ ਕੇਸ ਹੁੰਦਾ, ਸਿਟੀਜ਼ਨ ਕਿਸੇ ਦਾ ਮਤਲਬ ਵਿਆਹ ਕਰਕੇ ਇੱਥੇ ਕਿਸੇ ਦਾ ਐਡਜਸਟਮੈਂਟ ਆਫ ਸਟੇਟਸ ਕਰਦਾ ਅਮਰੀਕਾ, ਜਾਂ ਕਿਸੇ ਨੇ ਅਸਾਈਲਮ ਲਿਆ ਉਹ ਸਾਲ ਬਾਅਦ ਗ੍ਰੀਨ ਕਾਰਡ ਅਪਲਾਈ ਕਰਦਾ। ਸੋ ਜਿਹਨੇ ਵੀ ਅਮਰੀਕਾ 'ਚ ਰਹਿ ਕੇ ਗ੍ਰੀਨ ਕਾਰਡ ਅਪਲਾਈ ਕਰਨਾ ਉਹਨੂੰ I-485 ਜਿਹੜਾ ਫਾਰਮ ਭਰਨਾ ਪੈਂਦਾ ਵਿਦ EAD, ਵਿਦ ਵਰਕ ਪਰਮਿਟ ਤੇ ਐਡਵਾਂਸ ਪਰੋਲ ਤੇ ਬਾਇਓਮੈਟ੍ਰਿਕ। ਇਹਦੇ 'ਚ ਵਰਕ ਪਰਮਿਟ ਅਪਲਾਈ ਹੁੰਦਾ, ਐਡਵਾਂਸ ਪਰੋਲ ਹੁੰਦੀ ਆ ਤੇ ਫਿੰਗਰਪ੍ਰਿੰਟ ਹੁੰਦੇ ਆ। ਇਹਦੀ ਜਿਹੜੀ ਹੁਣ ਮੌਜੂਦਾ ਫੀਸ ਆ ਉਹ 1225। ਜਿਹੜੀ ਫੀਸ ਹੁਣ ਵਧੇਗੀ 2 ਮਹੀਨੇ ਬਾਅਦ ਇਹ ਹੋਏਗੀ 2820। ਸੋ ਇਹਦੀ ਫੀਸ ਜਿਹੜੀ ਆ ਉਹ ਆਲਮੋਸਟ ਡਬਲ ਤੋਂ ਵੀ ਵੱਧ ਹੋ ਜਾਏਗੀ ਇਸ ਗ੍ਰੀਨ ਕਾਰਡ ਵਾਸਤੇ I-485 ਦੀ। ਦੂਜਾ ਹੈਗਾ ਵਰਕ ਪਰਮਿਟ, ਜਿਹੜਾ ਆਪਾਂ ਵਰਕ ਪਰਮਿਟ ਅਪਲਾਈ ਕਰਦੇ ਹਾਂ I-765 ਫਾਰਮ, ਇਹਦੀ ਜਿਹੜੀ ਰਿਨਿਊਅਲ ਦੀ ਫੀਸ ਹੈ ਰਿਨਿਊ ਕਰਾਉਣ ਦੀ ਉਹ 410 ਹੈ, ਇਹ ਵੱਧ ਕੇ ਹੋ ਜਾਏਗੀ 650। ਤੇ ਜਿਹੜਾ ਔਨਲਾਈਨ ਕਰਨਾ ਵਰਕ ਪਰਮਿਟ ਉਹਦੀ 410 ਹੈ, ਉਹ 555 ਹੋ ਜਾਏਗੀ। ਤੇ I-131 ਜਿਹੜਾ ਟਰੈਵਲ ਡਾਕੂਮੈਂਟ ਆ ਇਹਦੀ ਫੀਸ ਹੁਣ 575 ਹੈ, ਇਹ ਵੱਧ ਕੇ ਹੋ ਜਾਏਗੀ 630। ਸੋ ਇਸ ਕਰਕੇ I-485 ਤੇ ਵਰਕ ਪਰਮਿਟ ਤੇ ਟਰੈਵਲ ਡਾਕੂਮੈਂਟ ਇਹਨਾਂ ਦੀਆਂ ਫੀਸਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ। ਤੇ ਉਹਦੇ ਨਾਲ ਨਾਲ ਜਿਹੜੀ ਕੰਮ ਦੀ ਬੇਸ ਤੇ ਜਿਹੜੇ ਇਮੀਗ੍ਰੇਸ਼ਨ ਦੇ ਫਾਰਮ ਭਰੇ ਜਾਂਦੇ ਨੇ, ਜਿਵੇਂ H-1B ਹੋ ਗਿਆ, L1 ਹੋ ਗਿਆ, O1 ਹੋ ਗਿਆ, ਉਹਨਾਂ ਦੀਆਂ ਵੀ ਜਿਹੜੀਆਂ ਫੀਸਾਂ ਨੇ ਉਹਦੇ 'ਚ ਵਾਧਾ ਕੀਤਾ ਗਿਆ। ਇਹ ਵਾਧਾ ਲਾਗੂ ਜਿਹੜਾ ਇਹ ਜਨਵਰੀ 4 ਤੋਂ 60 ਦਿਨ ਤੋਂ ਬਾਅਦ ਹੋਏਗਾ। ਸੋ ਮਾਰਚ ਤੋਂ ਅਪਰੋਕਸੀਮੇਟਲੀ ਇਹ ਫੀਸਾਂ ਜਿਹੜੀਆਂ ਹੈਗੀਆਂ ਉਹ ਵਧਣਗੀਆਂ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਕਿ ਇੱਕ ਅਪੀਲ ਕੋਰਟ ਨੇ ਵੈਕਸੀਨ ਦੇ ਖਿਲਾਫ ਮੈਂਡੇਟ ਦਿੱਤਾ। ਟੈਨਸੀ, ਕੰਟੱਕੀ ਤੇ ਓਹਾਇਓ ਜਿਹੜੀਆਂ ਸਟੇਟਾਂ ਹੈਗੀਆਂ, ਖਾਸ ਕਰਕੇ ਮਿਡ ਵੈਸਟ ਦੀ ਇਹ ਸਟੇਟ ਆ ਓਹਾਇਓ, ਤੇ ਸਾਊਥ ਦੀ ਸਟੇਟ ਆ ਟੈਨਸੀ। ਤੇ ਇਹਨਾਂ 'ਚ ਅਪੀਲ ਕੋਰਟ ਨੇ ਕਿਹਾ ਵੀ ਜਿਹੜਾ ਬੈਨ ਸੀਗਾ ਇਹ 3 ਸਟੇਟਾਂ ਦੇ ਵਿੱਚ ਵੈਕਸੀਨ ਦਾ, ਤੇ ਉਹ ਠੀਕ ਹੈ। ਤੇ ਇਸ ਕਰਕੇ ਜਿਹੜਾ ਫੈਡਰਲ ਸਰਕਾਰ ਨੇ ਕਿਹਾ ਵੀ ਵੈਕਸੀਨ ਜਿਹੜੀ ਆ ਉਹ ਲਾਈ ਜਾਵੇ, ਪਰ ਇਹਨਾਂ ਸਟੇਟਾਂ ਨੇ ਇਹ ਕਿਹਾ ਵੀ ਵੈਕਸੀਨ ਦੀ ਲੋੜ ਨਹੀਂ। ਤੇ ਜਿਹੜੀ ਹੁਣ ਸਰਕਟ ਕੋਰਟ ਹੈਗੀ ਆ, 6th ਸਰਕਟ ਕੋਰਟ ਆਫ ਅਪੀਲ, ਉਹਨੇ ਕਹਿਤਾ ਵੀ ਜਿਹੜੀ ਵੈਕਸੀਨ ਆ ਉਹ ਬੰਦੇ ਦੀ ਮਰਜ਼ੀ ਆ, ਲਾਵੇ ਜਾਂ ਨਾ ਲਾਵੇ, ਉਹਨੂੰ ਤੁਸੀਂ ਮੈਂਡੇਟ ਨਹੀਂ ਕਰ ਸਕਦੇ, ਇਹ ਨਹੀਂ ਕਹਿ ਸਕਦੇ ਹਰੇਕ ਨੂੰ ਲਵਾਉਣੀ ਪੈਣੀ ਆ। ਤੇ ਜਿਹੜਾ ਇਹ ਮੈਂਡੇਟ ਸੀਗਾ ਗੌਰਮੈਂਟ ਦਾ, ਐਡਮਿਨਿਸਟ੍ਰੇਸ਼ਨ ਦਾ, ਫੈਡਰਲ ਗੌਰਮੈਂਟ ਦਾ, ਇਹ ਅਨਕੌਂਸਟੀਟਿਊਸ਼ਨਲ ਸੀਗਾ। ਤੇ ਉਹਨਾਂ ਨੇ ਕੋਰਟ ਨੇ ਜਿਹੜੀ ਕਿ 6th ਸਰਕਟ ਕੋਰਟ ਆ ਉਹਨੇ ਕਿਹਾ ਵੀ ਵੈਕਸੀਨ ਲਾਉਣ ਦੀ ਕੋਈ ਵੀ ਜਿਹੜੀ ਆ ਇਸ ਕਿਸਮ ਦੀ ਇਹ ਪਾਬੰਦੀ ਨਹੀਂ ਹੋਣੀ ਚਾਹੀਦੀ ਵੀ ਜ਼ਰੂਰੀ ਲਾਉਣੀ ਆ, ਬੰਦੇ ਦੀ ਮਰਜ਼ੀ ਆ ਲਾਵੇ ਨਾ ਲਾਵੇ, ਪਰ ਤੁਸੀਂ ਉਹਨੂੰ ਮੈਂਡੇਟ ਨਹੀਂ ਕਰ ਸਕਦੇ, ਡਿਮਾਂਡ ਨਹੀਂ ਕਰ ਸਕਦੇ ਕਿ ਹਰੇਕ ਬੰਦਾ ਵੈਕਸੀਨ ਲਾਵੇ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਨੇ ਮਿਓਰਕਸ, ਇਹਨਾਂ ਨੇ ਇੱਕ ABC ਨਿਊਜ਼ ਦੇ ਨਾਲ ਇੰਟਰਵਿਊ ਕੀਤੀ ਆ। ਤੇ ਇਹਨਾਂ ਨੇ ਇਹ ਕਿਹਾ ਕਿ ਨਾਨ ਸਿਟੀਜ਼ਨ ਵਰਕਰਸ ਹੂ ਵਿਟਨੈਸ ਲੇਬਰ ਵਾਇਲੇਸ਼ਨਸ ਕੈਨ ਨਾਓ ਰਿਪੋਰਟ them ਵਿਦਾਊਟ ਫੀਅਰ of their immigration status being held against them।
individuals should feel free to come forward to complain about labor conditions because they have certain rights and they will not be exploited. ਸੋ ਇਹ ਜਿਹੜੇ ਸੈਕਟਰੀ ਹੋਮਲੈਂਡ ਸਿਕਿਉਰਿਟੀ ਦੇ ਹੈਗੇ ਜਿਹਦੇ ਅੰਡਰ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਆਉਂਦਾ, ਇਹਨਾਂ ਨੇ ਕਿਹਾ ਵੀ ਜੇ ਕੋਈ ਲੇਬਰ ਦੀ ਵਾਇਲੇਸ਼ਨ ਹੁੰਦੀ ਆ ਤੇ ਉਹ ਜਿਹੜਾ EMPLOYEE ਆ ਉਹਦੇ ਨਾਲ ਹੁੰਦੀ ਆ ਜਾਂ ਕਿਸੇ ਹੋਰ ਨਾਲ ਹੁੰਦੀ ਆ ਉੱਥੇ ਉਹਦੀ ਵਰਕ ਪਲੇਸ ਤੇ ਉਹ ਡਰਦਾ ਮਾਰਾ ਰਿਪੋਰਟ ਨਹੀਂ ਕਰਦਾ ਵੀ ਮੈਂ ਕਿਤੇ ਡਿਪੋਰਟ ਹੀ ਨਾ ਹੋ ਜਾ, ਉਹ ਉਹਦੇ ਅਗੇਂਸਟ ਨਹੀਂ ਜਾਏਗਾ। ਸੋ ਇਸ ਕਰਕੇ ਜੇ ਕੋਈ ਇੰਪਲੋਇਰ ਜਿਹੜਾ ਉਹ ਐਕਸਪਲੋਇਟ ਕਰਦਾ EMPLOYEE ਨੂੰ ਕਿ EMPLOYEE ਨੂੰ ਤਨਖਾਹ ਪੂਰੀ ਨਹੀਂ ਦੇ ਰਿਹਾ ਜਾਂ ਉਹਨੂੰ ਤੰਗ ਕਰ ਰਿਹਾ ਜਾਂ ਉੱਥੇ ਕੰਡੀਸ਼ਨ ਠੀਕ ਨਹੀਂ ਹੈਗੀ, ਬਹੁਤ ਜ਼ਿਆਦਾ ਗੰਦਗੀ ਆ, ਕੋਈ ਸਫਾਈ ਨਹੀਂ, ਅਤੇ ਜਾਂ ਬਹੁਤ ਠੰਡ ਆ, ਕੋਈ ਹੀਟ ਹੈ ਨਹੀਂ, ਜਾਂ ਬਹੁਤ ਜ਼ਿਆਦਾ ਹੁਣ ਗਾਂ ਗਰਮੀਆਂ 'ਚ ਗਰਮੀ ਆ, ਉੱਥੇ ਕੋਈ ਕੂਲਿੰਗ ਦਾ ਪ੍ਰਬੰਧ ਨਹੀਂ ਕਿ ਬੰਦੇ ਦੀ ਸਿਹਤ ਖਰਾਬ ਹੋ ਸਕਦੀ ਆ, ਅਤੇ ਇਸ ਕਿਸਮ ਦਾ ਜਿਹੜਾ ਹੈਗਾ ਉਹ ਮਾਹੌਲ ਹੈ, ਜਾਂ ਉਹਨੂੰ ਪੇ ਠੀਕ ਨਹੀਂ ਕਰ ਰਿਹਾ ਵੀ ਤਨਖਾਹ ਬਹੁਤ ਘੱਟ ਦੇ ਰਿਹਾ, ਐਕਸਪਲੋਇਟ ਕਰ ਰਿਹਾ ਵੀ ਇਹਦੇ ਕੋਲੇ ਇਮੀਗ੍ਰੇਸ਼ਨ ਸਟੇਟਸ ਹੈ ਨਹੀਂ ਗਾ, ਉਹਦੇ 'ਚ ਹੁਣ ਸਰਕਾਰ ਇਹ ਕਹਿ ਰਹੀ ਆ ਵੀ ਜੇ ਕੋਈ ਇਸ ਕਿਸਮ ਦਾ EMPLOYEE ਜਿਹੜਾ ਕਿ ਆਪਣੇ EMPLOYER ਤੋਂ ਤੰਗ ਆ, ਉਹਦੇ ਜਿਹੜੇ ਇੱਦਾਂ ਦੇ ਕੰਮ ਨੇ ਉਹਦੇ ਕਰਕੇ ਤੰਗ ਹੈਗਾ, ਉਹਨੂੰ ਐਕਸਪਲੋਇਟ ਕੀਤਾ ਜਾ ਰਿਹਾ, ਉਹ ਜੇ ਰਿਪੋਰਟ ਕਰਦਾ ਲੇਬਰ ਵਾਇਲੇਸ਼ਨ ਨੂੰ ਤਾਂ ਉਹਦੇ ਖਿਲਾਫ ਇਮੀਗ੍ਰੇਸ਼ਨ ਕੋਈ ਐਕਸ਼ਨ ਨਹੀਂ ਲਏਗੀ। ਇਹ ਬਹੁਤ ਇੰਪੋਰਟੈਂਟ ਬਿਆਨ ਹੈ ਕਿਉਂਕਿ ਇਹਦੇ ਨਾਲ ਜਿਹੜੀਆਂ ਵਰਕ ਪਲੇਸਿਸ ਨੇ ਖਾਸ ਕਰਕੇ ਜਿੱਥੇ ਕਿ ਲੋਕੀ ਕੰਮ ਜ਼ਿਆਦਾ ਕਰਦੇ ਨੇ, ਜਿਨ੍ਹਾਂ ਕੋਲ ਪੇਪਰ ਨਹੀਂ ਹੁੰਦੇ, ਜਿਵੇਂ ਕਿ ਰੈਸਟੋਰੈਂਟ ਹੋ ਗਏ, ਮੋਟਲ ਹੋ ਗਏ, ਗੈਸ ਸਟੇਸ਼ਨ ਹੋ ਗਏ, ਜਾਂ ਜਿਹੜਾ ਕੰਸਟਰਕਸ਼ਨ ਦਾ ਕੰਮ ਹੋ ਗਿਆ, ਉੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਕਈਆਂ ਨੂੰ ਐਕਸਪਲੋਇਟ ਕੀਤਾ ਜਾਂਦਾ, ਪੈਸੇ ਘੱਟ ਦਿੱਤੇ ਜਾਂਦੇ ਆ, ਜਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਫੀ ਤੰਗ ਕੀਤਾ ਜਾਂਦਾ, ਜਾਂ ਉੱਥੇ ਕੰਡੀਸ਼ਨ ਜਿਹੜੀ ਹੁੰਦੀ ਆ ਰਹਿਣ ਜੋਗੀ ਨਹੀਂ ਹੁੰਦੀ ਜਾਂ ਕੰਮ ਕਰਨ ਦੀ ਨਹੀਂ ਹੁੰਦੀ ਠੀਕ, ਅਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਉਹੋ ਜਿਹੇ ਮਾੜੇ ਕੰਡੀਸ਼ਨਾਂ 'ਚ ਕੰਮ ਕਰਨ ਲਈ। ਅਤੇ ਉਹਦੇ ਕਰਕੇ ਉਹਨਾਂ ਨੇ ਕਿਹਾ ਹੁਣ ਜਿਹੜੇ ਸੈਕਟਰੀ ਹੋਮਲੈਂਡ ਸਿਕਿਉਰਿਟੀ ਦੇ ਹੈਗੇ ਆ ਕਿ ਜੇ ਕੋਈ ਬੰਦਾ ਇਹੋ ਜਿਹੇ ਹਾਲਾਤ 'ਚ ਕੰਮ ਕਰ ਰਿਹਾ, ਉਹਦੀ ਐਕਸਪਲੋਟੇਸ਼ਨ ਹੋ ਰਹੀ ਆ, ਉਹ ਜੇ ਆਪਣੇ ਮਾਲਕ ਦੇ ਖਿਲਾਫ ਜਿਹੜਾ ਉਹਦਾ EMPLOYER ਹੈ ਜਿਹਦੇ ਕੋਲ ਕੰਮ ਕਰਦਾ ਉਹਦੇ ਖਿਲਾਫ ਸ਼ਿਕਾਇਤ ਕਰੇਗਾ ਤਾਂ ਲੇਬਰ ਦੇ ਰਿਲੇਟਡ ਸ਼ਿਕਾਇਤ ਜਿਹੜੀ ਆ ਅਤੇ ਉਹਦੇ ਇਮੀਗ੍ਰੇਸ਼ਨ ਦਾ ਜਿਹੜਾ ਸਟੇਟਸ ਆ ਉਹ 'ਤੇ ਅਸਰ ਨਹੀਂ ਪਏਗਾ, ਇਮੀਗ੍ਰੇਸ਼ਨ ਉਹਨੂੰ ਨਹੀਂ ਫੜੇਗੀ, ਕੋਈ ਕਾਰਵਾਈ ਨਹੀਂ ਕਰੇਗੀ। ਅਤੇ ਇਹਦੇ ਨਾਲ ਹੋਰ ਇੰਪੋਰਟੈਂਟ ਖਬਰ ਜਿਹੜੀ ਹੈਗੀ ਆ ਉਹ ਸਦਰਨ ਬਾਰਡਰ ਬਾਰੇ ਆ ਕਿ ਸਦਰਨ ਬਾਰਡਰ ਜਿਹੜਾ ਹੈਗਾ ਅਮਰੀਕਾ ਦਾ, ਉਹ ਤੁਸੀਂ ਜਾਣਦੇ ਹੀ ਹੋ ਵੀ ਉੱਥੇ ਕਾਫੀ ਜ਼ਿਆਦਾ ਲੋਕੀ ਆ ਰਹੇ ਨੇ। ਉੱਥੇ ਹੁਣ ਟਾਈਟਲ 42 ਲਾਗੂ ਹੋਇਆ, ਪਰ ਟਾਈਟਲ 42 ਆ ਇਹ ਬੇਸਿਕਲੀ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਦੇ ਲੋਕ ਆ ਉਹਨਾਂ 'ਤੇ ਆ, ਜਿਹੜੇ ਆਪਣੇ ਇੰਡੀਆ ਤੋਂ ਆਉਂਦੇ ਆ ਲੋਕੀ, ਪੰਜਾਬ ਹਰਿਆਣਾ ਵਗੈਰਾ, ਉੱਥੇ ਨਹੀਂ ਲਾਗੂ। ਇਹਦੇ ਨਾਲ ਇੰਪੋਰਟੈਂਟ ਖਬਰ ਇਹ ਹੈਗੀ ਆ ਵੀ ਜਿਹੜੇ ਲੋਕੀ ਆਉਂਦੇ ਆ ਉਹਨਾਂ ਨੂੰ ਅਜੇ ਵੀ ਜਿਹੜੇ ਫੈਮਲੀਜ਼ ਦੇ ਨਾਲ ਆਉਂਦੇ ਆ ਉਹਨਾਂ ਨੂੰ ਸੇਮ ਪੋਲਿਸੀ ਆ ਕਿ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੰਦੇ ਆ। ਜੇ ਉਹਨਾਂ ਨਾਲ ਬੱਚੇ ਹੈਗੇ ਆ, ਜੇ ਇਕੱਲਾ ਬੰਦਾ ਆ ਓਵਰ 21 ਉਹਦੇ ਬਿਆਨ ਹੁੰਦੇ ਨੇ, ਜੇ ਬਿਆਨਾਂ 'ਚੋਂ ਪਾਸ ਹੋ ਜਾਵੇ ਤਾਂ ਫਿਰ ਰਿਲੀਜ਼ ਕਰਦੇ, ਨਾ ਹੋਵੇ ਤਾਂ ਉਹਦਾ ਇਮੀਗ੍ਰੇਸ਼ਨ ਜੱਜ ਕੋਲ ਇੱਕ ਚਾਂਸ ਹੁੰਦਾ, ਜੇ ਉੱਥੇ ਵੀ ਨਾ ਹੋਵੇ ਤਾਂ ਉਹਨੂੰ ਡਿਪੋਰਟ ਜਿਹੜਾ ਉਹ ਕੀਤਾ ਜਾਂਦਾ। ਸੋ ਇਹ ਸੀਗੀਆਂ ਇਸ ਵੀਕ ਦੀਆਂ ਇੰਪੋਰਟੈਂਟ ਖਬਰਾਂ, ਅਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਅਤੇ ਸਾਰਿਆਂ ਤੋਂ ਪਹਿਲਾਂ ਤਾਂ ਸਾਡਾ ਧੰਨਵਾਦ ਕਰ ਰਹੇ ਨੇ, ਕਹਿ ਰਹੇ ਨੇ ਕਿ ਤੁਸੀਂ ਬਹੁਤ ਵਧੀਆ ਜਿਹੜੀ ਆ ਉਹ ਇਨਫੋਰਮੇਸ਼ਨ ਦਿੰਦੇ ਆ, ਸਾਨੂੰ ਬੜੀ ਜਾਣਕਾਰੀ ਮਿਲਦੀ ਆ। ਥੈਂਕ ਯੂ ਵੈਰੀ ਮੱਚ ਜੀ ਕਿ ਤੁਸੀਂ ਲਾਈਕ ਕਰਦੇ ਹੋ ਸਾਡਾ ਪ੍ਰੋਗਰਾਮ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ। ਅਗਲਾ ਸਵਾਲ ਹੈ ਜੀ ਕਿ ਮੇਰੀ ਸਿਸਟਰ ਦਾ ਗ੍ਰੀਨ ਕਾਰਡ ਹੋਲਡਰ ਕੇਸ ਹੈ, ਅਤੇ ਉਹਨੇ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਇਆ ਸੀਗਾ 2018 ਦਾ, ਉਹਦੇ ਬਾਅਦ ਡਾਕੂਮੈਂਟ ਅਪਰੂਵ ਹੋ ਗਏ 21 'ਚ, ਅਤੇ ਇਹਨਾਂ ਨੂੰ 60 ਡੇ ਦਾ ਨੋਟਿਸ ਮਿਲਦਾ। ਕਿੰਨਾ ਟਾਈਮ ਲੱਗੂਗਾ? ਟਾਈਮ ਤਾਂ ਲੱਗੂਗਾ ਜੀ ਇਹਦਾ, ਕਿਉਂਕਿ ਕਾਫੀ ਡਿਲੇ ਆ। ਜਿਹੜੀ ਨੀਤੀ ਹੁੰਦੀ ਸਰਕਾਰ ਦੀ ਹੁੰਦੀ ਵੀ ਪਹਿਲਾਂ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਉਹਨਾਂ ਦੀ ਇੰਟਰਵਿਊ ਕੀਤੀ ਜਾਵੇ, ਸੋ ਟਾਈਮ ਲੱਗੂਗਾ, ਤੁਹਾਨੂੰ ਵੇਟ ਕਰਨੀ ਪੈਣੀ। ਅਗਲਾ ਸਵਾਲ ਹੈ ਜੀ ਕਿ ਮੈਂ ਮਿਡਲ ਈਸਟ ਦੇ ਜਿਹੜੇ ਮੁਲਕ ਹੈਗੇ ਆ, ਜਿਵੇਂ ਕਤਰ ਹੋਇਆ, ਦੁਬਈ, ਸਾਊਦੀ ਅਰੇਬੀਆ ਵਗੈਰਾ, ਉੱਥੇ ਮੈਂ ਹੈਵੀ ਟੇਲਰ ਟਰੱਕ ਡਰਾਈਵਰ ਹਾਂ, ਅਤੇ ਮੈਂ ਅਮਰੀਕਾ ਦੇ ਵਿੱਚ ਆ ਸਕਦਾ ਕਿ ਨਹੀਂ? ਦੇਖੋ, ਅਮਰੀਕਾ ਦੇ ਵਿੱਚ ਇਸ ਕਿਸਮ ਦੀ ਕੋਈ ਕੰਮ ਦੀ ਪ੍ਰੋਵੀਜ਼ਨ ਨਹੀਂ ਕਿ ਜੇ ਤੁਹਾਡੇ ਕੋਲ ਉੱਥੇ ਲਾਇਸੈਂਸ ਹੈ ਤਾਂ ਇੱਥੇ ਵੀ ਤੁਸੀਂ ਚਲਾ ਸਕਦੇ ਹੋ। ਅਮਰੀਕਾ ਦੇ ਵਿੱਚ ਜਿਹੜਾ ਵਰਕ ਪਰਮਿਟ ਆ ਉਹ ਜਿਹੜੇ ਲੋਕ ਕੇਸ ਅਪਲਾਈ ਕਰਦੇ, ਜਿਵੇਂ ਪੋਲੀਟੀਕਲ ਅਸਾਈਲਮ ਦਾ ਜਾਂ ਵਿਆਹ ਦਾ, ਉਹਦੇ ਰਾਹੀਂ ਮਿਲਦਾ, ਸਿੱਧਾ ਨਹੀਂ ਮਿਲਦਾ। ਸੋ ਇਸ ਕਰਕੇ ਤੁਸੀਂ ਇੱਥੇ ਆ ਕੇ ਵਰਕ ਪਰਮਿਟ ਇਸ ਬੇਸ 'ਤੇ ਨਹੀਂ ਲੈ ਸਕਦੇ ਕਿ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਿਹੜਾ ਹੈਗਾ ਉਹ ਟਰੱਕ ਡਰਾਈਵਰ ਹੋ ਤਾਂ ਇੱਥੇ ਵੀ ਤੁਸੀਂ ਅਲਾਓ ਹੋ ਜਾਊਗਾ। ਇਸ ਕਿਸਮ ਦਾ ਵਰਕ ਪਰਮਿਟ ਦੀ ਪ੍ਰੋਵੀਜ਼ਨ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਮੈਂ ਵਿਜ਼ਟਰ ਵੀਜ਼ੇ 'ਤੇ ਇੱਥੇ ਆਇਆ, ਅਤੇ ਮੈਂ ਅਪਲਾਈ ਕੀਤਾ ਸੀਗਾ ਵਰਕ ਪਰਮਿਟ ਦੀ ਰਿਨੂਵਲ ਦਾ, ਅਜੇ ਤੱਕ ਨਹੀਂ ਆਇਆ, ਅਤੇ ਵਰਕ ਪਰਮਿਟ ਮੇਰਾ ਖਤਮ ਹੋ ਗਿਆ। ਮੈਂ ਜੂਨ 'ਚ ਕੀਤਾ। ਜਿਨ੍ਹਾਂ ਨੇ ਅਗਸਤ ਤੋਂ ਪਹਿਲਾਂ ਅਪਲਾਈ ਕੀਤੇ ਆ ਉਹਨਾਂ ਨੂੰ ਤਕਰੀਬਨ 1 ਸਾਲ ਤੋਂ ਉੱਪਰ ਟਾਈਮ ਲੱਗ ਰਿਹਾ, ਪਰ ਅਗਸਤ ਤੋਂ ਬਾਅਦ ਜਿਹੜੇ ਬੰਦੇ ਵਰਕ ਪਰਮਿਟ ਹੁਣ ਅਪਲਾਈ ਕਰ ਰਹੇ ਆ ਰਿਨੂਵਲ ਲਈ, ਉਹ ਤਕਰੀਬਨ 2-3 ਮਹੀਨੇ ਦੇ ਵਿੱਚ ਆ ਰਿਹਾ, ਕਈਆਂ ਦਾ 2 ਮਹੀਨੇ 'ਚ ਹੀ ਆ ਰਿਹਾ।
पर पुराणिਆਂ ਨੂੰ अजे भी टाइम लग रहा, ਤੁਹਾਨੂੰ वेट करनी पैनी है। अगला सवाल है जी कि मैं गार्डीਅਨशिਪ ਦਾ केस कर सकदा, मेरी 19 साल की उम्र। हाँ जी, तुसीं कर सकते हो गार्डीਅਨशिਪ ਦਾ केस जे 19 साल की उम्र हैगी आ तो ਉਹਦੇ 'ਚ कोई प्रॉब्लम नहीं, क्योंकि ਜਿਹੜਾ गार्डीਅनशिप ਹੁੰਦਾ ਉਹ 'ਚ 21 साल तक की उम्र तक तुसीं कर सकते हो। अगला सवाल है जी कि F4 कैटेगरी तेज़ कदों होएगी, ਇਹਦੇ बारे कुछ नहीं कह सकते जी, टाइम लगेगा। अजकल बहुत स्लो है कैटेगरी ये, तो देखते हैं। तो अगला सवाल है जी कि मेरा क्लॉक 34 दिन ते स्टॉप होया, पर कोर्ट 'ਚ केस आ गया तो हुण किद्दां ये चल सकदा, ਇਹਦੇ बारे कुछ नहीं कह सकते जी। एक बार क्लॉक बंद हो जाए फिर चलाउणा बहुत मुश्किल हुंदा, तुसीं ट्राई कर सकते हो पर कोई पक्की गारंटी नहीं कि चलेगा। अगला सवाल है जी कि साडा CR1 वीज़ा फाइल NVC को 3 अगस्त ਨੂੰ ओके हुई सी, इंटरव्यू ਨੂੰ अजे नहीं आई, लगेगा जी टाइम अजे इंटरव्यू ਨੂੰ। अजकल ਜਿਹੜਾ स्लो है, हुण देखते हैं किन्नी बारी ला हो सकदा 2-3 महीने होर लग जाण। अगला सवाल है जी कि ये दसो कि ਜਿਹੜੇ असैलम ਦੇ केस है वो पास हो रहे हैं? बिल्कुल हो रहे हैं जी, ਸਾਡੇ ਹੁੰਦੇ ਰਹਿੰਦੇ ਆ, ਸਾਡੇ ਪਿੱਛੇ ਵੀ 4-5 केस पास होए आ। सो केस ਜਿਹੜੇ ਆ ਉਹ ਪਾਸ ਹੋ ਰਹੇ ਨੇ ਤੇ ਇਹਦੇ 'ਚ ਜਿਹੜੀ ਇਸ ਕਿਸਮ ਦੀ ਜਿਹੜੀ ਹੈਗੀ ਆ ਉਹ ਕੋਈ ਸਮੱਸਿਆ ਨਹੀਂ। ਲੇਕਿਨ ਜਿਹੜੀ ਵੱਡੀ ਪ੍ਰੋਬਲਮ ਹੈਗੀ ਉਹ ਇਹ ਹੈਗੀ ਆ ਕਿ ਕੇਸ ਜਿਹੜਾ ਹੈਗਾ ਉਹਦੇ 5 ਅਸਾਈਲਮ ਦੇ ਗਰਾਊਂਡ ਆ ਉਹਨਾਂ ਵਿੱਚ ਹੋਣਾ ਚਾਹੀਦਾ। ਜੇ ਉਹਨਾਂ ਵਿੱਚ ਨਹੀਂ ਤਾਂ ਫਿਰ ਜਿਹੜਾ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਪ੍ਰੋਬਲਮ ਜਿਹੜੀ ਆ ਉਹ ਆ ਜਾਂਦੀ ਆ। ਅਗਲਾ ਜੀ ਤੁਹਾਡਾ ਜਿਹੜਾ ਸਵਾਲ ਹੈ ਉਹ ਇਹ ਹੈਗਾ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀ US ਸਿਟੀਜ਼ਨਸ਼ਿਪ ਹੈ ਉਹਦੇ ਬਾਰੇ ਇਹ ਕਿਹਾ ਸੀਗਾ ਕਿ ਹੁਣ ਸਰਕਾਰ ਨਰਮੀ ਦਿਖਾਏਗੀ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੂੰ ਕਿ N648 ਫਾਰਮ ਜਿਹੜਾ ਡਾਕਟਰ ਦਾ ਚਾਹੀਦਾ। ਕੀ ਇਹ ਸੱਚ ਆ? ਹਾਂਜੀ ਬਿਲਕੁਲ, ਜਿਹੜੀ ਸਰਕਾਰ ਨੇ ਇਹ ਨੀਤੀ ਜਾਰੀ ਕੀਤੀ ਆ ਕਿ ਜਿਹੜੇ ਟੈਸਟ ਨਹੀਂ ਦੇ ਸਕਦੇ ਉਹਨਾਂ ਦਾ ਜੇ ਡਾਕਟਰ ਉਹਨਾਂ ਦਾ ਫਾਰਮ N648 ਭਰ ਕੇ ਦਿੰਦਾ ਤਾਂ ਉਹਦੇ ਨੂੰ ਥੋੜ੍ਹਾ ਜਿਹਾ ਨਰਮੀ ਨਾਲ ਦੇਖਿਆ ਜਾਏਗਾ। ਕਿਉਂਕਿ ਪਿੱਛੇ ਇਹ ਦੇਖਣ ਦੇ ਵਿੱਚ ਆਇਆ ਉਹਨਾਂ ਦੇ ਧਿਆਨ 'ਚ ਕਿ ਕਈ ਜਿਹੜੇ ਅਫਸਰ ਹੈਗੇ ਉਹਨੂੰ ਨਹੀਂ ਐਕਸੈਪਟ ਕਰ ਰਹੇ, ਖਾਸ ਕਰਕੇ ਇਹੋ ਜਿਹੇ ਕੇਸਾਂ ਜਿੱਥੇ ਬੰਦੇ ਹੈਂਡੀਕੈਪ ਨੇ, ਤੁਰ ਨਹੀਂ ਸਕਦੇ, ਵੀਲ ਚੇਅਰ 'ਤੇ ਆ, ਉਹਨਾਂ 'ਚ ਵੀ ਨਹੀਂ ਐਕਸੈਪਟ ਕਰਦੇ। ਤਾਂ ਸਰਕਾਰ ਨੇ ਕਿਹਾ ਵੀ ਉਹਨਾਂ ਸਿਚੁਏਸ਼ਨ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹਨੂੰ ਮਤਲਬ ਐਕਸੈਪਟ ਕਰੋ ਅਤੇ ਐਕਸੈਪਟ ਕਰਕੇ ਤੁਸੀਂ ਇਹਨੂੰ ਇਹ ਦੇਖੋ ਵੀ ਜਿਹੜਾ ਇੱਕ N648 ਫਾਰਮ ਹੈ ਇਹ ਐਕਸੈਪਟ ਹੋਵੇ ਜੇ ਉਹ ਜੈਨੂਇਨ ਹੋਵੇ। ਉਹ ਇਹ ਨਹੀਂ ਵੀ ਹਰੇਕ ਦਾ ਐਕਸੈਪਟ ਹੋ ਜਾਊਗਾ, ਪਰ ਜੇ ਜੈਨੂਇਨ ਹੈਗਾ ਤਾਂ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਮੈਂ ਨਿਊਯਾਰਕ ਉਹ ਕਹਿੰਦੇ 5 ਦਿਨ ਆਇਆ ਅਤੇ ਟਾਈਟਲ 42 ਦੇ ਰਾਹੀਂ ਮੇਰੇ 'ਤੇ ਕੋਈ ਅਸਰ ਉਹਦਾ ਨਹੀਂ ਹੋਇਆ ਅਤੇ ਠੀਕ ਹੈ ਜੀ, ਕਿਉਂਕਿ ਟਾਈਟਲ 42 ਅਸੀਂ ਤਾਂ ਕਹਿੰਦੇ ਆਮ ਤੌਰ 'ਤੇ ਕਿ ਉਹ ਸਿਰਫ ਜਿਹੜੀਆਂ ਸੈਂਟਰਲ ਅਮਰੀਕਨ ਕੰਟਰੀਜ਼ ਨੇ ਉਹਨਾਂ ਦਾ ਹੀ ਉਹ 'ਤੇ ਅਸਰ ਹੈਗਾ। ਜੇ ਤੁਸੀਂ ਸੈਂਟਰਲ ਅਮਰੀਕਨ ਕੰਟਰੀ ਤੋਂ ਨਹੀਂ ਹੈਗੇ, ਜਿਵੇਂ ਤੁਸੀਂ ਇੰਡੀਆ ਵਗੈਰਾ ਤੋਂ ਹੈਗੇ ਜਾਂ ਹੋਰਾਂ ਮੁਲਕਾਂ, ਉੱਥੇ ਟਾਈਟਲ 42 ਦਾ ਕੋਈ ਅਸਰ ਨਹੀਂ ਪੈਂਦਾ। ਅਗਲਾ ਸਵਾਲ ਹੈ ਜੀ ਕਿ ਵੀ ਹੈਵ ਅਸਾਈਲਮ ਪੈਂਡਿੰਗ, ਅਸੀਂ ਟਰੈਵਲ ਡਾਕੂਮੈਂਟ ਅਪਲਾਈ ਕਰ ਸਕਦੇ ਹਾਂ। ਤੁਸੀਂ ਜਿਹੜਾ ਅਸਾਈਲਮ ਪੈਂਡਿੰਗ ਆ ਉਹ ਬੰਦਾ ਇੱਥੇ ਅਮਰੀਕਾ 'ਚ ਰਹਿ ਤਾਂ ਸਕਦਾ ਅਤੇ ਕਿਤੇ ਵੀ ਕੰਮ ਕਰ ਸਕਦਾ, ਪਰ ਕੰਟਰੀ ਤੋਂ ਬਾਹਰ ਟਰੈਵਲ ਡਾਕੂਮੈਂਟ ਲੈ ਕੇ ਜੇ ਜਾਊਗਾ ਤਾਂ ਉਹਨੂੰ ਆਉਣ 'ਚ ਪ੍ਰੋਬਲਮ ਆ ਸਕਦੀ ਆ। ਸੋ ਇਸ ਕਰਕੇ ਅਸੀਂ ਰਿਕਮੈਂਡ ਇਹਨੂੰ ਨਹੀਂ ਕਰਦੇ। ਅਗਲਾ ਸਵਾਲ ਹੈ ਜੀ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦਾ ਕੀ ਉਹ ਅਸਾਈਲਮ ਲਾ ਸਕਦਾ ਅਤੇ ਕੀ ਅਸਾਈਲਮ ਕੇਸ ਉਹਦਾ ਪਾਸ ਹੋ ਜਾਊਗਾ? ਦੇਖੋ, ਅਸਾਈਲਮ ਕੇਸ ਤਾਂ ਕੋਈ ਵੀ ਲਾ ਸਕਦਾ ਅਮਰੀਕਾ ਦੇ ਵਿੱਚ, ਲੇਕਿਨ ਉਹਦਾ ਕੇਸ ਜਿਹੜੇ ਅਸਾਈਲਮ ਦੇ 5 ਗਰਾਊਂਡ ਆ ਉਹਨਾਂ 'ਚ ਆਉਣਾ ਚਾਹੀਦਾ। ਉਹਦੇ ਨਾਲ ਨਾਲ ਉਹਨੂੰ ਇਹ ਪ੍ਰੂਵ ਕਰਨਾ ਪੈਂਦਾ ਵੀ ਪਹਿਲਾਂ ਉਹਦੇ ਨਾਲ ਪਰਸੀਕਿਊਸ਼ਨ ਹੋਈ ਆ, ਕੁੱਟਮਾਰ ਹੋਈ ਆ ਅਤੇ ਫਿਊਚਰ 'ਚ ਵੀ ਹੋਣੀ ਆ, ਅਤੇ ਉਹਨੂੰ ਉਮੀਦ ਆ ਕਿ ਉੱਥੇ ਜੇ ਵਾਪਸ ਗਿਆ ਤਾਂ ਉਹਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਏਗਾ, ਕੁੱਟਿਆ ਮਾਰਿਆ ਜਾਏਗਾ। ਜੇ ਉਹ ਇਹ ਪ੍ਰੂਵ ਕਰਦਾ ਤਾਂ ਅਸਾਈਲਮ ਲਾ ਸਕਦਾ, ਚਾਹੇ ਉਹ ਸਟੂਡੈਂਟ ਵੀਜ਼ੇ 'ਤੇ ਆਇਆ, ਚਾਹੇ ਉਹ ਬਾਰਡਰ ਕ੍ਰੋਸ ਕਰਕੇ ਉੱਦਾਂ ਹੀ ਆ ਗਿਆ, ਚਾਹੇ ਫੜਿਆ ਗਿਆ ਬਾਰਡਰ 'ਤੇ, ਜਿਵੇਂ ਮਰਜ਼ੀ ਆ ਉਹ, ਚਾਹੇ ਕੋਈ ਵਿਜ਼ਟਰ ਵੀਜ਼ੇ 'ਤੇ ਆਇਆ ਉਹ ਵੀ ਕਰ ਸਕਦਾ। ਸੋ ਕੋਈ ਵੀ ਕਰ ਸਕਦਾ, ਲੇਕਿਨ ਜਿਹੜੇ ਅਸਾਈਲਮ ਦੇ 5 ਗਰਾਊਂਡ ਨੂੰ ਜਿਹਦਾ ਕੇਸ ਹੋਣਾ ਚਾਹੀਦਾ ਤਾਂ ਉਹਨੂੰ ਪ੍ਰੂਵ ਕਰਨਾ ਪਏਗਾ ਕਿ ਉਹਨੂੰ ਉੱਥੇ ਵਾਕਈ ਜਿਹੜੀ ਆ ਉਹ ਪ੍ਰੋਬਲਮ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਲੂਜ਼ੀਆਨਾ ਤੋਂ ਨਿਊਯਾਰਕ ਮੂਵ ਕਰਨ 'ਚ ਫਾਇਦਾ ਹੈਗਾ? ਇੱਥੇ ਜਿਹੜਾ ਜ਼ਿਆਦਾ ਡਿਨਾਇਰ ਰੇਟ 82% ਆ। ਬਿਲਕੁਲ ਜੀ, ਜੇ ਹੁਣ ਜਿਹੜੀਆਂ ਖਾਸ ਕਰਕੇ ਇਹ ਸਟੇਟਾਂ ਹੈਗੀਆਂ ਟੈਕਸਸ, ਲੂਜ਼ੀਆਨਾ ਵਗੈਰਾ, ਉੱਥੇ ਘੱਟ ਕੇਸ ਪਾਸ ਹੁੰਦੇ ਆ ਅਤੇ ਨਿਊਯਾਰਕ ਅਤੇ ਕੈਲੀਫੋਰਨੀਆ ਉਹਨਾਂ ਨਾਲੋਂ ਜ਼ਿਆਦਾ ਹੁੰਦੇ ਆ। ਸੋ ਇਸ ਕਰਕੇ ਤੁਸੀਂ ਮੂਵ ਕਰਾ ਸਕਦੇ ਹੋ, ਪਰ ਮੂਵ ਕਰਾਉਣ ਲਈ ਤੁਹਾਨੂੰ ਨਿਊਯਾਰਕ ਮੂਵ ਹੋਣਾ ਪੈਣਾ। ਤੁਸੀਂ ਲੂਜ਼ੀਆਨਾ ਰਹਿ ਕੇ ਆਪਣਾ ਕੇਸ ਨਿਊਯਾਰਕ 'ਚ ਨਹੀਂ ਮੂਵ ਕਰਾ ਸਕਦੇ, ਤੁਹਾਨੂੰ ਖੁਦ ਨਿਊਯਾਰਕ ਰਹਿ ਕੇ ਜਾਣਾ ਪਏਗਾ, ਉੱਥੇ ਮੂਵ ਹੋਣਾ ਪਏਗਾ ਤਾਂ ਇਹ ਹੋ ਸਕਦਾ।
ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਇਹ ਜਿਹੜਾ F4 ਕੈਟਾਗਰੀ ਹੈ ਇਹ ਕਦੋਂ ਕੁ ਤੇਜ਼ ਹੋਏਗੀ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਇਹਨੂੰ ਅਜੇ ਟਾਈਮ ਲੱਗੇਗਾ ਤੇ ਦੇਖੋ ਕਿੰਨਾ ਟਾਈਮ ਇਹਦਾ ਲੱਗਦਾ। ਅਗਲਾ ਜੀ ਕਿ ਮੇਰਾ ਸਟੱਡੀ ਵੀਜ਼ਾ ਜਿਹੜਾ ਹੈਗਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋ ਗਿਆ ਤੇ ਜੇ ਮੈਂ ਇੱਥੇ ਉੱਦਾਂ ਹੀ ਆ ਜਾ ਕ੍ਰੋਸ ਕਰਕੇ ਬਾਰਡਰ ਤਾਂ ਮੈਂ ਅਸਾਈਲਮ ਅਪਲਾਈ ਕਰੂੰਗਾ, ਕੀ ਮੈਂ ਕਰ ਸਕਦਾ? ਮੈਂ ਦੱਸ ਕੇ ਹਟਿਆ ਜੀ ਕਿ ਅਸਾਈਲਮ ਕੋਈ ਵੀ ਅਪਲਾਈ ਕਰ ਸਕਦਾ, ਜਿਹੜਾ ਬਾਰਡਰ ਕ੍ਰੋਸ ਕਰਕੇ ਆਉਂਦਾ ਉਹ ਵੀ ਕਰ ਸਕਦਾ, ਜਿਹੜਾ ਸਟੂਡੈਂਟ ਦੇ ਇੱਥੇ ਆ ਜਾਂਦਾ ਉਹ ਵੀ ਕਰ ਸਕਦਾ, ਜਿਹੜਾ ਵਿਜ਼ਟਰ ਆਇਆ ਉਹ ਵੀ ਕਰ ਸਕਦਾ, ਪਰ ਕੇਸ ਸੱਚਾ ਹੋਣਾ ਚਾਹੀਦਾ। ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਕੇਸ ਹੋਣਾ ਚਾਹੀਦਾ, ਜੇ ਉਹਨਾਂ 'ਚ ਹੈਗਾ ਤੁਸੀਂ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ F4 ਕੈਟਾਗਰੀ 'ਚ ਮਈ 2005 ਦਾ ਕੇਸ ਹੈ, ਡਾਕੂਮੈਂਟ ਕੁਆਲੀਫਾਈ ਹੋ ਗਏ 2022 ਅਕਤੂਬਰ ਨੂੰ, ਪਰ ਅਜੇ ਤੱਕ ਇੰਟਰਵਿਊ ਨਹੀਂ ਆਈ, ਕਿੰਨਾ ਟਾਈਮ ਲੱਗੂਗਾ? ਇਹਨੂੰ ਟਾਈਮ ਲੱਗੂਗਾ ਜੀ, ਸੋ ਤੁਸੀਂ ਵੇਟ ਕਰੋ ਤੇ 3-4 ਮਹੀਨੇ ਹੋਰ ਜਿਹੜੇ ਲੱਗ ਸਕਦੇ, ਜ਼ਿਆਦਾ ਵੀ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਇੰਡੀਅਨ ਬਾਰਡਰ ਕ੍ਰੋਸ ਕਰਕੇ ਜਿਹੜੇ ਆਉਂਦੇ ਆ ਉਹਦੀ ਕੋਈ ਨਿਊ ਪਾਲਿਸੀ ਜਿਹੜੇ ਇੰਡੀਆ ਤੋਂ ਆਉਂਦੇ ਕੋਈ ਹੈ? ਦੇਖੋ ਜੀ, ਜਿਹੜੀ ਪਾਲਿਸੀ ਹੈ ਉਹ ਜਨਰਲ ਸਾਰਿਆਂ ਲਈ ਹੈ ਸਰਕਾਰ ਦੀ, ਲੇਕਿਨ ਜਿਹੜਾ ਟਾਈਟਲ 42 ਇਹ ਲਾਗੂ ਕਰ ਰਹੇ ਆ ਉਹ ਜਿਹੜੇ ਸੈਂਟਰਲ ਅਮਰੀਕਨ ਲੋਕਾਂ 'ਤੇ ਕਰ ਰਹੇ, ਕਿਉਂਕਿ ਬਹੁਤ ਵੱਡੇ ਕਾਫਲਿਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਆਉਂਦੇ ਆ ਇਕੱਠੇ। ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਇਹ ਥੋੜ੍ਹੇ ਮਤਲਬ ਕਰਕੇ ਆਉਂਦੇ, ਇਸ ਕਰਕੇ ਇਹਨਾਂ 'ਤੇ ਲਾਗੂ ਨਹੀਂ ਹੁੰਦਾ। ਸੋ ਸਰਕਾਰ ਜਿਹੜੀ ਆ ਜੇ ਇਹਨਾਂ 'ਤੇ ਉਹ ਪਾਲਿਸੀ ਲਾਗੂ ਨਹੀਂ ਕਰ ਰਹੀ। ਇਮੀਗ੍ਰੇਸ਼ਨ ਕੋਰਟ ਦੀ ਕੀ ਖਬਰ ਹੈ? ਇਮੀਗ੍ਰੇਸ਼ਨ ਕੋਰਟ ਦੀ ਖਬਰ ਇਹ ਆ ਵੀ ਡੇਟਾਂ ਲੰਬੀਆਂ ਪੈ ਰਹੀਆਂ ਜੀ। ਜਿਹੜੇ ਅਸਾਈਲਮ ਦੇ ਕੇਸ ਹੈਗੇ ਆ ਉਹ ਲੰਬੀ ਡੇਟ ਜੱਜ ਦੇ ਰਹੇ ਆ, 25 ਦੇ ਰਹੇ ਆ, 24 ਦੇ ਰਹੇ ਆ। ਉਹਦਾ ਰੀਜ਼ਨ ਹੈ ਕਿ ਕੇਸ ਜ਼ਿਆਦਾ ਨੇ ਤੇ ਜੱਜ ਜਿਹੜੇ ਹੈਗੇ ਉਹ ਘੱਟ ਆ, ਉਹਦੇ ਮੁਤਾਬਕ ਕੇਸ ਕਰਕੇ ਡੇਟਾਂ ਲੰਬੀਆਂ ਮਿਲ ਰਹੀਆਂ। ਅਗਲਾ ਸਵਾਲ ਹੈ ਜੀ ਕਿ ਵਰਕ ਪਰਮਿਟ ਅਕਤੂਬਰ 'ਚ ਅਪਲਾਈ ਕੀਤਾ ਸੀਗਾ, ਨੋਟਿਸ 10 ਨਵੰਬਰ ਨੂੰ ਆਇਆ, ਕਿੰਨਾ ਟਾਈਮ ਲੱਗੂਗਾ? ਇਹਨੂੰ ਤਕਰੀਬਨ 1.5 ਤੋਂ 2 ਮਹੀਨੇ ਲੱਗਣੇ ਚਾਹੀਦੇ ਆ ਜੀ, ਉਹਦੇ ਵਿੱਚ ਆਉਣਾ ਚਾਹੀਦਾ ਜੇ ਸਾਰਾ ਕੁਝ ਠੀਕ ਠਾਕ ਆ। ਜੇ ਉਹਨਾਂ ਨੇ ਕੋਈ ਹੋਰ ਤੁਹਾਡੇ ਤੋਂ ਐਵੀਡੈਂਸ ਮੰਗ ਲਈ ਜਾਂ ਕੋਈ ਹੋਰ ਆ, ਫਿਰ ਉਹਦੇ ਨਾਲ ਹੋਰ ਵੀ ਡਿਲੇ ਹੋ ਸਕਦੀ ਹੈ। ਅਗਲਾ ਸਵਾਲ ਹੈ ਜੀ ਕਿ ਮੇਰੀ ਮੌਮ US ਸਿਟੀਜ਼ਨ, ਉਹਨੇ ਮੇਰਾ ਅਪਲਾਈ ਕੀਤਾ ਜੀ 2019 'ਚ, ਕਿੰਨਾ ਟਾਈਮ ਲੱਗੂਗਾ? ਮੈਂ ਮੈਰਿਡ ਡਾਟਰ ਹਾਂ। F3 ਕੈਟਾਗਰੀ ਦੀ ਗੱਲ ਕਰ ਰਹੇ ਆ ਤੇ ਜਿਹੜੀ F3 ਕੈਟਾਗਰੀ ਆ ਉਹਦੇ ਵਿੱਚ ਤਾਂ ਇਹ 2008 ਚੱਲ ਰਿਹਾ ਜੀ, ਸੋ ਇਹਨੂੰ ਬਹੁਤ ਟਾਈਮ ਜਿਹੜਾ ਹੈਗਾ ਲੱਗਣਾ, ਜੇ ਵੇਟ ਕਰੋ। ਅਗਲਾ ਸਵਾਲ ਹੈ ਜੀ ਕਿ 1 ਈਅਰ ਸੇ I-730 ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ 'ਚ ਕੇਸ ਪਿਆ ਹੋਇਆ, ਕਿੰਨਾ ਟਾਈਮ ਲੱਗੂਗਾ? ਇਹਦੀ ਕੋਈ ਟਾਈਮ ਲਿਮਿਟ ਨਹੀਂ ਜੀ ਹੁੰਦੀ, ਜੇ ਸਾਲ ਹੋ ਗਿਆ ਇਹਨੂੰ ਜ਼ਿਆਦਾ ਟਾਈਮ ਵੀ ਲੱਗ ਸਕਦਾ, 1.5 ਸਾਲ 2 ਸਾਲ ਵੀ ਲੱਗ ਸਕਦੇ, ਸੋ ਵੇਟ ਹੀ ਕਰਨੀ ਪੈਣੀ ਜਾਂ ਤੁਸੀਂ ਇਨਕੁਆਇਰੀ ਉੱਥੇ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੈਂ 19 ਸਾਲ ਦੀ ਮੇਰੀ ਉਮਰ ਆ ਤੇ ਕਿੰਨੇ ਚਾਂਸ ਹੈ ਕਿ ਮੇਰੇ 'ਤੇ ਡੈਪੂਟੇਸ਼ਨ ਲੱਗੇ? ਇਹ ਇੱਦਾਂ ਡੈਪੂਟੇਸ਼ਨ ਨਹੀਂ ਲੱਗਦੀ ਜੀ, ਜੇ ਤੁਸੀਂ ਇੱਥੇ ਕੋਈ ਕੇਸ ਲਾਇਆ ਜਾਂ ਲਾਉਣਾ, ਉਹ ਕੇਸ 'ਤੇ ਡਿਪੈਂਡ ਕਰੇਗਾ। ਜੇ ਕੇਸ ਤੁਹਾਡਾ ਪਾਸ ਹੋਣ ਵਾਲਾ ਹੈਗਾ, ਪਾਸ ਹੋਏਗਾ, ਫਿਰ ਡੈਪੂਟੇਸ਼ਨ ਕਿਉਂ ਲੱਗੇਗੀ? ਇਸ ਤਰ੍ਹਾਂ ਉਮਰ ਕਰਕੇ ਡੈਪੂਟੇਸ਼ਨ ਨਹੀਂ ਲੱਗਦੀ ਵੀ ਤੁਹਾਡੀ 19 ਸਾਲ ਦੀ ਉਮਰ ਹੈ ਤੁਹਾਨੂੰ ਕੋਈ ਡਿਪੋਰਟ ਕਰ ਦੇਣਗੇ। ਇੱਦਾਂ ਦਾ ਇਸ ਕਿਸਮ ਦਾ ਇੱਥੇ ਅਮਰੀਕਾ ਦੇ ਵਿੱਚ ਕੋਈ ਨਾ ਲਾ ਹੈ ਨਾ ਸਿਸਟਮ ਹੈ, ਉਹ ਤਾਂ ਕੇਸ 'ਤੇ ਡਿਪੈਂਡ ਕਰਦਾ ਵੀ ਕੇਸ ਦਾ ਕੀ ਮੈਰਿਟ ਆ। ਅਗਲਾ ਸਵਾਲ ਹੈ ਜੀ ਕਿ ਮੈਂ ਇਟਲੀ ਵਿੱਚ ਹਾਂ ਤੇ ਮੈਂ ਮੂਵ ਹੋਣਾ ਚਾਹੁੰਦਾ ਅਮਰੀਕਾ, ਤੇ ਮੇਰੇ ਬੱਚਿਆਂ ਕੋਲ ਤੇ ਵਾਈਫ ਕੋਲ ਇਟਾਲੀਅਨ ਜਿਹੜੀ ਹੈਗੀ ਆ ਉਹ ਇਮੀਗ੍ਰੇਸ਼ਨ ਹੈਗੀ ਆ। ਇੱਥੇ ਕੋਈ ਇਹੋ ਜਿਹਾ ਤਰੀਕਾ ਹੈ ਨਹੀਂ ਜੀ, EB-5 ਤਾਂ ਹੈਗਾ ਇਨਵੈਸਟਮੈਂਟ ਦਾ, ਪਰ ਹੋਰ ਕੋਈ ਤਰੀਕਾ ਇੱਥੇ ਮੂਵ ਹੋਣ ਦਾ ਇਸ ਕਿਸਮ ਦਾ ਨਹੀਂ ਹੈ ਵੀ ਤੁਹਾਨੂੰ ਇੱਥੇ ਵਰਕ ਪਰਮਿਟ ਮਿਲ ਸਕੇ। ਤੇ ਇਹਦੇ 'ਚ ਕੋਈ ਇਸ ਕਿਸਮ ਦਾ ਇੱਥੇ ਰਸਤਾ ਨਹੀਂ, ਜੇ ਹਾਲਾਂਕਿ ਤੁਹਾਡੀ ਜੇ ਕਿਸੇ ਨੇ ਪਟੀਸ਼ਨ ਵਗੈਰਾ ਕੀਤੀ ਹੋਈ ਆ, ਭਰਾ ਭੈਣ ਨੇ ਤਾਂ ਵਾਰੀ ਆ ਗਈ ਜਾਂ ਮਾਂ-ਬਾਪ ਨੇ, ਉਹ ਹੋਰ ਗੱਲ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਪਾਸਪੋਰਟ 'ਚ ਵਰਕ ਪਰਮਿਟ ਦਾ ਨਾਂ ਜਿਹੜਾ ਡਿਫਰੈਂਟ ਹੈਗਾ ਤਾਂ ਕੀ ਕਰੀਏ? ਇਹ ਤੁਸੀਂ ਠੀਕ ਕਰਾ ਸਕਦੇ ਹੋ ਆਪਣੇ ਪ੍ਰੂਫ ਦੇ ਕੇ, ਕੋਈ ਐਡੀ ਗੱਲ ਨਹੀਂ, ਠੀਕ ਕਰ ਦਿੰਦੇ ਆ। ਸੋ ਇਸ ਕਰਕੇ ਤੁਹਾਨੂੰ ਉਹਨਾਂ ਨਾਲ ਕੰਟੈਕਟ ਕਰਨਾ ਪੈਣਾ ਵੀ ਉਹ ਠੀਕ ਕਰਨ। ਜਿਹੜੇ ਤੁਹਾਡੇ ਕੋਲ ਜਿੰਨੇ ਵੀ ਪ੍ਰੂਫ ਹੈਗੇ ਅਸਲੀ ਨਾਂ ਦੇ ਉਹਨਾਂ ਨੂੰ ਭੇਜੋ, ਤਾਂ ਉਹ 'ਤੇ ਕਰੈਕਸ਼ਨ ਹੋ ਸਕਦੀ ਆ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਜਨਵਰੀ 2006 ਦੇ ਵਿੱਚ ਡੇਟ ਹੈ ਸਾਡੀ, ਅਤੇ ਇਹਨੂੰ ਕਿੰਨਾ ਟਾਈਮ ਲੱਗੂਗਾ? ਇਹਨੂੰ ਲੱਗੂਗਾ ਜੀ ਤਾਂ 2005 ਚੱਲੀ ਜਾਂਦਾ, ਮੈਂ ਪਿੱਛੇ ਦੱਸ ਕੇ ਹਟਿਆ ਕਿ ਮਈ 2005 ਵਾਲਿਆਂ ਦੀ ਇੰਟਰਵਿਊ ਨਹੀਂ ਆਈ, ਸੋ ਟਾਈਮ ਲੱਗੂਗਾ। 2006 F4 ਕੈਟਾਗਰੀ 'ਚ ਕਿੰਨਾ ਟਾਈਮ ਲੱਗੂਗਾ? ਇਹਨੂੰ ਲੱਗੂਗਾ ਜੀ, ਜੇ ਸਾਲ ਵੀ ਲੱਗ ਸਕਦਾ, ਜ਼ਿਆਦਾ ਵੀ ਲੱਗ ਸਕਦਾ, ਕਿਉਂਕਿ ਇਹ ਤਾਂ ਫਿਲਹਾਲ 2005 ਹੀ ਚੱਲ ਰਿਹਾ। ਅਗਲੀ ਹੈ ਜੀ ਕਿ ਇਹ ਦੱਸੋ ਕਿ F4 ਕੈਟਾਗਰੀ ਦਾ ਕੋਈ ਫਾਸਟ ਹੋ ਸਕਦਾ ਕੋਈ ਹੱਲ? ਨਹੀਂ ਜੀ, ਇਹਦੇ 'ਚ ਆਪਾਂ ਮਤਲਬ ਤੇਜ਼ ਹੋਣ ਦਾ ਕੋਈ ਰਸਤਾ ਨਹੀਂ। ਜਿਹੜੀ ਕੈਟਾਗਰੀ ਚੱਲ ਰਹੀ ਹੈ ਹੁਣ 2005 ਚੱਲ ਰਿਹਾ ਜਿੱਦਾਂ, ਅਜੇ ਪਹਿਲਾਂ ਉਹ ਆਏਗਾ, ਉਸ ਤੋਂ ਬਾਅਦ ਬਾਕੀ ਆਉਣਗੇ। ਬਾਕੀ ਇੱਦਾਂ ਦਾ ਫਾਸਟ ਹੋਣ ਦਾ ਕੋਈ ਤਰੀਕਾ ਨਹੀਂ ਹੈਗਾ।
ਵੀ ਇਹਨੂੰ ਫਾਸਟ ਜਿਹੜਾ ਹੈਗਾ ਉਹ ਕੀਤਾ ਜਾ ਸਕੇ। ਇਹ ਆਪਣੇ ਹਿਸਾਬ ਨਾਲ ਹੀ ਹੈ ਜਿੰਨਾ ਟਾਈਮ ਉਹਨਾਂ ਦਾ ਲੱਗਿਆ। ਅਤੇ ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਹੁਣ ਬੌਂਡ ਕਿੰਨੇ ਦਾ ਪੈ ਰਿਹਾ। ਇਹ ਡਿਪੈਂਡ ਕਰਦਾ ਜੀ, ਕਈਆਂ ਨੂੰ ਤਾਂ ਬੌਂਡ ਪੈਂਦਾ ਨਹੀਂ, ਉੱਦਾਂ ਹੀ ਛੱਡ ਦਿੰਦੇ ਆ ਇਹ, ਅਤੇ ਕਈਆਂ ਨੂੰ ਪੈਂਦਾ, ਕਈਆਂ ਨੂੰ 3000 ਦਾ, 15000, 10000। ਇਹ ਡਿਪੈਂਡ ਕਰਦਾ ਕਿ ਜੇ ਆਈਸ ਪਾਉਂਦੀ ਉਹ ਘੱਟ ਪਾਉਂਦੀ ਹੈ, ਜੇ ਇਮੀਗ੍ਰੇਸ਼ਨ ਕੋਰਟ ਪਾਉਂਦੀ ਆ ਉਹ ਬੌਂਡ ਜ਼ਿਆਦਾ ਜਿਹੜਾ ਹੈਗਾ ਉਹ ਪਾਉਂਦੀ ਆ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਹੀ ਮਿਲਾਂਗੇ ਅਗਲੇ ਵੀਕ ਇਸੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ।